ਵਾਹਿਗੁਰੂ ਵਾਹਿਗੁਰੂ। ਬੇਨਤੀ ਕਰੋ ਮਹਾਰਾਜ ਦੇ ਚਰਨਾਂ 'ਚ ਕਿ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਕਰੋ। ਪਾਵਨ ਬੰਦੀ ਛੋੜ ਦਿਵਸ ਤੇ ਜਾਪ ਸਾਹਿਬ ਦੀ ਕਥਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ, ਬੁੱਧੀ ਬਖਸ਼ੋ, ਸੋਝੀ ਬਖਸ਼ੋ, ਬਾਣੀ ਨੂੰ ਸੁਣਨ ਦਾ ਬਲ ਬਖਸ਼ੋ, ਮੰਨਣ ਦਾ ਕਮਾਉਣ ਦਾ ਬਲ ਬਖਸ਼ੋ, ਜਾਪ ਸਾਹਿਬ ਨੂੰ ਕੰਠ ਕਰਨ ਦਾ ਬਲ ਬਖਸ਼ੋ। ਕਿਉਂਕਿ ਕੰਠ ਕੀਤੀ ਹੋਈ ਬਾਣੀ ਇਵੇਂ ਜਿਵੇਂ ਆਪਣੇ ਕੋਲ ਜੇਬ 'ਚ ਪੈਸੇ ਹੋਣ, ਜਦੋਂ ਮਰਜ਼ੀ ਖਰਚ ਲਈਏ। ਤੇ ਜੇ ਬੈਂਕ 'ਚ ਪਏ ਨੇ ਪੈਸੇ, ਰਾਹ 'ਚ ਲੋੜ ਪੈ ਜਾਏ ਕਿਤੇ, ਫਿਰ ਉਹ ਕੰਮ ਨਹੀਂ ਨਾ ਹੁੰਦੇ। ਕੰਠ ਬਾਣੀ ਤਾਂ ਜਿਵੇਂ ਲਾਈਟ ਚਲੀ ਗਈ, ਸਫ਼ਰ 'ਚ ਆਏ ਤਾਂ ਬਾਣੀ ਜਦੋਂ ਮਰਜ਼ੀ ਪੜ੍ਹ ਲਓ। ਜੇ ਬਾਣੀ ਕੰਠ ਕੀਤੀ ਹੋਵੇ ਤਾਂ ਸੁਪਨੇ ਵਿੱਚ ਵੀ ਬੰਦਾ ਪੜ੍ਹ ਲੈਂਦਾ ਹੈ, ਫਿਰ ਸੁਪਨੇ 'ਚ ਵੀ ਪਾਠ ਕਰੀ ਜਾਂਦਾ। ਜੇ ਬਾਣੀ ਕੰਠ ਹੀ ਨਹੀਂ ਹੈ, ਫਿਰ ਪੁਰਾਣੇ ਸਿੰਘਾਂ ਦੀ ਇੱਕ ਕਹਾਵਤ ਸੀਗੀ, ਕਹਿੰਦੇ ਬਾਣੀ ਕੰਠ ਪੈਸਾ ਗੰਠ। ਇਹ ਦੋ ਗੱਲਾਂ ਪੱਕੀਆਂ ਕਿ ਬਾਣੀ ਕੰਠ ਹੋਵੇ, ਪੈਸਾ ਗੰਠ ਵਿੱਚ ਹੋਵੇ, ਤਾਂ ਹੀ ਸੁੱਖ ਮਿਲਦਾ। ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਨਿਹਾਲ ਕਰਦਿਆਂ ਪਾਉਂਟਾ ਸਾਹਿਬ ਚਲੇ ਗਏ। ਸ਼ਹਿਰ ਪਾਉਂਟਾ ਕੀ ਸੁਧ ਲਈ ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਨੇ ਕਾਫੀ ਵਰਣਨ ਕੀਤਾ ਪਾਉਂਟਾ ਸਾਹਿਬ ਦਾ। ਪਾਉਂਟਾ ਸਾਹਿਬ ਆਪ ਜੀ ਨੇ ਕਾਫੀ ਸਮਾਂ ਜਮੁਨਾ ਦੇ ਕਿਨਾਰੇ ਰਮਣੀਕ ਥਾਂ ਤੇ ਬੈਠ ਕੇ ਬਹੁਤ ਸੰਗਤਾਂ ਨੂੰ ਨਿਹਾਲ ਕੀਤਾ। ਇੱਥੇ ਜਾਪ ਸਾਹਿਬ, ਸਵਈਏ, ਅਕਾਲ ਉਸਤਤ, ਚੰਡੀ ਦੀ ਵਾਰ, ਚੰਡੀ ਚਰਿੱਤਰ, ਲਗਭਗ 10 ਗ੍ਰੰਥੀ ਦੀਆਂ ਸਾਰੀਆਂ ਬਾਣੀਆਂ ਮਹਾਰਾਜ ਨੇ ਪਾਉਂਟਾ ਸਾਹਿਬ ਹੀ ਉਚਾਰਨ ਕੀਤੀਆਂ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਜਾਪ ਸਾਹਿਬ ਬਾਣੀ ਵੀ ਪਾਉਂਟਾ ਸਾਹਿਬ ਹੀ ਉਚਾਰਨ ਕੀਤੀ ਹੈ। ਸੁੰਦਰ ਉਨੀਕ ਸਥਾਨ ਤੇ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਾਹਮਣੇ ਦੇਖਦੇ ਹੋਇਆ ਹੈ ਜਾਂ ਹੈ, ਇਹ ਦੋ ਅੱਖਰਾਂ ਦੀ ਵਰਤੋਂ ਕੀਤੀ ਹੈ। ਕਰਮਾਲਿਆ ਹੈ, ਅਰਕਾਲਿਆ ਹੈ, ਹਾਜ਼ਰ ਨਾਜ਼ਰ ਹੈ। ਅਕਾਲ ਪੁਰਖ ਵਾਹਿਗੁਰੂ ਦੇ ਬੰਦਨਾ ਕੀਤੀ ਹੈ, ਮੱਥਾ ਟੇਕਿਆ, ਨਮਸਕਾਰਾਂ ਕੀਤੀਆਂ ਨੇ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਮਾਰੂ ਸੋਹਲਿਆਂ ਵਿੱਚ ਸਹੰਸਰ ਨਾਮਾ ਆਉਂਦਾ, ਉੱਥੇ ਬੜੇ ਨਾਮ ਉਚਾਰਨ ਕੀਤੇ ਨੇ ਪਰਮੇਸ਼ਰ ਦੇ। ਇੱਥੇ ਵੀ ਕਰਮ ਨਾਮ ਹਨ ਸਾਰੇ। ਕਰਮਾਂ ਕਰਕੇ ਜਿਹਨੇ ਨਾਮ ਪਏ ਹੋਏ ਨੇ, ਉਹ ਸਾਰੇ ਨਾਮ ਮਹਾਰਾਜ ਨੇ ਉਚਾਰਨ ਕੀਤੇ ਹਨ। ਸੋ ਵੈਸੇ ਤਾਂ ਪੰਥ ਵਿੱਚ 22 ਦੇ ਕਰੀਬ ਦਸਮ ਗ੍ਰੰਥ ਦੇ ਸਰੂਪ ਨੇ, ਵੱਖਰੇ ਵੱਖਰੇ, ਥੋੜਾ ਥੋੜਾ ਫਰਕ ਪੈਂਦਾ ਰਹਿੰਦਾ ਇਹਨਾਂ ਵਿੱਚ। ਪਟਨਾ ਸਾਹਿਬ ਵਾਲਾ ਸਰੂਪ ਹੈ ਆਪ ਸ੍ਰੀ ਦਸਮ ਗ੍ਰੰਥ ਦਾ, ਜਾਂ ਸੋ ਇਸ ਪ੍ਰਕਾਰ ਬੁੱਢਾ ਦਲ ਦੇ ਪਾਸ ਵੀ ਹੈ। ਇੱਕ ਸਰੂਪ ਇੱਥੇ ਮਹਾਰਾਜਾ ਪਟਿਆਲਾ ਦੇ ਮਹਿਲਾਂ ਵਿੱਚ ਪਿਆ, ਆਪ ਸ੍ਰੀ ਦਸਮ ਦਾ ਮਹਾਰਾਜ ਵੇਲੇ ਮਿਲਿਆ ਸੀ ਇਹਨਾਂ ਨੂੰ। ਇਸ ਪ੍ਰਕਾਰ ਕਈ ਸਰੂਪ ਨੇ ਕਈ ਥਾਵਾਂ ਦੇ ਉੱਤੇ। ਜ਼ਿਆਦਾਤਰ ਪਟਨਾ ਸਾਹਿਬ ਵਾਲੇ ਸਰੂਪ ਨੂੰ ਮੰਨਦੀਆਂ ਸੰਗਤਾਂ। ਉੱਥੋਂ ਦੇ ਗ੍ਰੰਥੀ ਸਿੰਘ ਨੇ ਬਹੁਤ ਮਿਹਨਤ ਦੇ ਨਾਲ ਉਤਾਰਾ ਕੀਤਾ ਸੀ ਬੜੇ ਪੁਰਾਣੇ ਸਮੇਂ ਦੇ ਵਿੱਚ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ 10ਵੇਂ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ। 199 ਕੁੱਲ ਕਿੰਨੀਆਂ ਪੌੜੀਆਂ ਬਣੀਆਂ, 22 ਛੰਦ ਹਨ ਸਾਰੇ। ਪੁਰਾਣੇ ਸਰੂਪਾਂ ਵਿੱਚ ਕਈ ਥਾਂ 200 ਪੌੜੀ ਵੀ ਇਹਦੀ ਆਈ ਹੈ, ਪਰ ਨਹੀਂ 199 ਠੀਕ ਨੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਪਹਿਲਾਂ ਬਖਸ਼ਿਸ਼ ਕਰਦੇ ਨੇ। ਜੋ ਪਹਿਲੀ ਬਖਸ਼ਿਸ਼ ਹੈ, ਪਹਿਲਾਂ ਦਾ ਆਪਾਂ ਆਪਣੇ ਪਿਆਰ ਸਤਿਕਾਰ ਨਾਲ ਮੁੱਖ ਨੂੰ ਪਵਿੱਤਰ ਕਰੀਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਇਸ ਪ੍ਰਕਾਰ ਜਿਹੜੀ ਬਾਣੀ 22 ਛੰਦ ਨੇ, 10 ਛੰਦ ਤਾਂ ਇੱਕੋ ਜਿਹੇ ਨੇ, ਗੱਲ ਕੁੱਲ 22 ਸਿਰਲੇਖ ਨੇ ਇਹਦੇ। ਛਪਾ ਛੰਦ, ਭੁਜਨ ਪ੍ਰਿਆ ਛੰਦ, ਹਰ ਬੋਲ ਮਨਾ ਛੰਦ, ਮਤ ਭਾਰ ਛੰਦ ਆਦਿਕ। ਇਹ ਬਾਣੀ ਵੀਰ ਰਸੀ ਹੈ, ਵੀਰ ਰਸ ਨੂੰ ਪੈਦਾ ਕਰਦੀ ਹੈ।
ये सारे छंद जंग की चाल के उत्ते ही बनाए हुए ने। महाराज ने संगत विच वीर रस नूं लियाउण वास्ते 10वें पातशाह ने बख्शिशां कीतियां ने। जपजी साहब पहला, आनंद साहब बाद विच, ये विचकार ने जाप साहब सवैये ते जौगी साहब। ये तीन बाणियां आखिरी रस्म बंदियां महाराज ने विचकार बख्शिश कीतियां ने। जाप साहब का पाठ बहुत ही महान ते बड़ी शक्ति वाला है। तो इस पाठ की जे आपां देखनी बरकत, शक्ति, कितनी कृपा, तो ये लगातार 5 पाठ रोज करके देख सकते हो। 5 पाठ रोज जाप साहब के करी जाओ तो कुछ समय विच इहदा अपने आप ही सामने आ जाना सारा कुछ। बंदे का तेज प्रताप बढ़ाना होवे, सारे पासों बलावां तो खहड़ा छुड़ाना होवे, आदि व्याधि उपाधि मिटनी होवे, तो महाराज सच्चे पातशाह ने जाप साहब दी बख्शिशां काम कीतियां ने। बड़ी महान बाणी ने। जिहड़े छड़ दिंदे ने जाप साहब वो गलती कर रहे हैं। छड्डो ना बिल्कुल भी, चाहे कैस्ट ला के सुनो, चाहे किसी तो सुनो, चाहे आप थोड़ा थोड़ा करके याद करो। सब तो सौखी ये बाणी कंठ करनी है, लिख के कंठ करनी है। जो कंठ किसी ने करनी हो तो लिख के करे, लिखे बिना बाणी कंठ नहीं होंगी। जिन्हें 2 पंक्तियां लिख लिया कापी च, वो याद करनी, फिर 2 होर लिखनी, क्योंकि कंठ करनी तां औखी है। इक्को जी अक्षर बहुते होंगे ने, जिवें मस्तम अगंजे मस्तम भंजे कई बारी आउंदा, पर उन्होंने जो अर्थ ने वक्रो वखरे ने। एक बारी कोई अर्थ होंदा, दूजी बारी कोई अर्थ होंदा, तीसरी बारी होर अर्थ होंदा। तो सतगुरु महाराज पहला गुरु नानक देव जी नूं ਅਤੇ अकाल पुरख वाहिगुरू नूं बेनती करके कृपा मंगते हैं। एक ओंकार सतगुरु प्रसाद, एक ओंकार निर्गुण रूप का वाचक है, सतगुरु गुरु नानक साहब का वाचक है। तो प्रसाद कृपा, हे अकाल पुरख वाहिगुरू, हे गुरु नानक देव जी कृपा करो। गुरु नानक देव गोबिंद रूप, एक जो द्वैत स्वरूप परमात्मा ओंकार सारे का प्रकाश है, सतगुरु की कृपा द्वारा प्राप्त होंदा। अगे जिहड़े पुरातन स्वरूप ने उन्होंने चाहता श्री वाहिगुरू जी की फतेह, कईयां विच नहीं भी आता। ये दुविधा जी काफी चली आती है, पर जे गल यह है भी घटा देने नाल थोड़ा नुकसान ही रहिंदा, वधाउण नाल ही ठीक रहिंदा। इस करके श्री वाहिगुरू जी की फतेह है। श्री जो श्रोमणी है, पवित्र है, सुभायमान है, श्री जो लक्ष्मी और पति मालक अकाल पुरख, श्री वाहिगुरू जी की फतेह। बड़े सत्कार नाल लिखा वाहिगुरू जी, और महाराज ने फतेह विच भी वाहिगुरू जी का खालसा वाहिगुरू जी की फतेह लिखा। अकाल पुरख को सत्कार नाल संबोधन करते हैं, वाहिगुरू की सदा ही फतेह, सदा ही जित है। जिवें जपजी साहब के लिखा जप, बाणी का नाम बनया, इत्थे लिखा जाप, थोड़ा ही फर्क है, चीज इको ही है। जिहड़ा गुप्त रूप में मूँह च पढ़ते हैं मंत्र कहते हैं, जिहड़ा बैखरी बाणी नाल बोल के पढ़ी जाती बाणी उन्हें जाप कहते हैं। इसका थोड़ा थोड़ा फर्क होंगे। जाप 3 तरह का होंगे, पर बैखरी बाणी नाल बोल के वाहिगुरू वाहिगुरू कहना। तो इसी प्रकार वाचक ते फिर उपास होंगे जो मूँह बंद करके जुबान हिली जानी, मानस जो मन के नाल अंदर अंदर करना। महाराज सच्चे पातशाह कहते ये जाप है अकाल पुरख के नामों का। जोड़ा जाप करता है सतगुरु महाराज तो अथाह बख्शिशां करते हैं। श्री मुखवाक पातशाही 10वीं श्री श्रोमणी सुभाईमान मुख दे वाक हैं किन्हां दे, जिवें महला पहला महला दूजा बाणी च शब्द की वरतों की है, उसे का खुलासा कर दिता कि वह महले का भाव है पातशाही। इत्थे महला 10वां भी लिख सकते थे। कई पुराने जो हथ लिखत स्वरूप ने उन्होंने जो 9वें पातशाह के श्लोक लिखे हुए हैं, जिथे उत्थे महला 10वां भी लिखा हुआ। जब 9वें पातशाह ने कहते 2 पंक्तियां लिख के दिल्ली तो 12 10वें पातशाह को भेजियां सी,
श्री अनंदपुर साहिब कि हुण साडा सारा बल खत्म हो गया, बल छुट गयो, बंधन परे खुशू ना होत उपाय, कहो नानक आडोट हर गाजियों बहुत सहाय। ये पंक्तियां का जवाब मंगया सी 10वें पातशाह तो, कहते महाराज जी ने जवाब दिता सी, बल हुआ बंधन छुटे सब किश होत उपाय, कहो नानक सब किश तुम्हारे हाथ में तुम ही होत सहाय। इस पंक्ति के मूरे पातशाही 10वीं आम तौर पर पुराने स्वरूपों लिखा जाता है, फिर हौली हौली ये पंक्तियां पातशाही 10वीं लिखना अलोप हो गया। तो इस प्रकार है कि श्री मुखवाग सुभाएमान श्रोमणी मुखवाग पातशाही 10वीं पातशाह ये अपनी बाणी है, गुरता गद्दी के मालक हैं, ये कोई किंतु नहीं करना कि ये धोखे बाणी नहीं है भी ये 10वीं की बाणी है, क्यों नहीं कह सकते क्योंकि गुरता गद्दी के उत्ते विराजमान होकर जी बाणी लिखणगे पातशाह, जिवें 5वें पातशाह महाराज जी ने जब पहली चिट्ठी लिखी सी चौथे पातशाह को, मेरा मन लोचा गुरदर्शन ताई बिल्ब करे चातर की न्याई, फिर दूसरी चिट्ठी लिखी, फिर तीसरी लिखी, तिना नानक पद नहीं आता क्योंकि तो गुरता गद्दी के मालक नहीं सन। जब महाराज ने बाबा बुढ़ा जी को भेज के लाहौर तो अपने को बुलाया सी 5वें पातशाह ने, उस वक्त गुरता गद्दी के बिठा के मत्था टेक दिता चौथे पातशाह ने, कहने लगे सी कि हुण बेटा जी चौथा पदा भी पूरा कर दो। गुरु अर्जन देव जी ने भाग हुआ गो संत मिलाया प्रभ अविनाशी, घर में पाया सेव करी पाल चसा न विछड़ा जान नानक दास तुम्हारे जी।